ਇੱਕ ਪਾਸੇ ਕਿਸਾਨ ਅੰਦੋਲਨ ਤਾਂ ਦੂਜੇ ਪਾਸੇ ਮੋਦੀ ਸਰਕਾਰ ਨੂੰ ਇੱਕ ਹੋਰ ਝਟਕਾ ਲੱਗਾ ਹੈ। ਕਿਸਾਨਾਂ ਨੇ ਦਿੱਲੀ ਕਟੜਾ ਹਾਈਵੇ ਐਕਸਪ੍ਰੈਸ ਦੇ ਲਈ ਜ਼ਮੀਨਾਂ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਪਟਿਆਲਾ 'ਚ 3 ਜ਼ਿਲ੍ਹਿਆਂ ਦੇ ਕਿਸਾਨਾਂ ਨੇ ਇਕੱਠੇ ਹੋ ਕੇ ਐਲਾਨ ਕੀਤਾ ਹੈ ਕਿ ਉਹ ਐਕਸਪ੍ਰੈਸ ਹਾਈਵੇ ਬਣਾਉਣ ਦੇ ਤਹਿਤ ਆਉਣ ਵਾਲੀਆਂ ਜ਼ਮੀਨਾਂ ਨੂੰ ਨਹੀਂ ਦੇਣਗੇ। ਉਹਨਾਂ ਦਾ ਦਾਅਵਾ ਹੈ ਕਿ 265 ਦੇ ਕਰੀਬ ਪਿੰਡ ਇਸ ਦਰਮਿਆਨ ਆਉਂਦੇ ਹਨ ਜਿਨ੍ਹਾਂ ਦੀ ਜ਼ਮੀਨ ਹਾਈਵੇ ਬਣਾਉਣ ਦੇ ਅੰਤਰਗਤ ਆਉਂਦੀ ਹੈ। ਇਹਨਾਂ ਕਿਸਾਨਾਂ ਦੇ ਇਤਰਾਜ਼ ਹਨ, ਇੱਕ ਤਾਂ ਰੇਟ ਬਹੁਤ ਘੱਟ ਦਿੱਤੇ ਜਾ ਰਹੇ ਹਨ, ਦੂਜਾ ਕੇਂਦਰ ਸਰਕਾਰ ਸਾਡੇ ਕਿਸਾਨ ਭਾਈਚਾਰੇ ਦੇ ਲੋਕਾਂ ਦੀਆਂ ਮੰਗਾਂ ਤੇ ਧਿਆਨ ਨਹੀਂ ਦਿੰਦੇ ਹੋਏ ਹੁਣ ਤੱਕ ਖੇਤੀ ਕਾਨੂੰਨ ਰੱਦ ਨਹੀਂ ਕਰ ਰਹੀ। ਖੇਤੀ ਕਾਨੂੰਨ ਤੁਰੰਤ ਰੱਦ ਕੀਤੇ ਜਾਣ ਅਤੇ ਗੇਂਦ ਕੇਂਦਰ ਸਰਕਾਰ ਦੇ ਪਾਲੇ ਵਿੱਚ ਹੈ, ਨਹੀਂ ਤਾਂ ਕਿਸਾਨ ਇਸ ਹਾਈਵੇ ਦੇ ਲਈ ਆਪਣੀਆਂ ਜ਼ਮੀਨਾਂ ਕਿਸੇ ਵੀ ਕੀਮਤ ਵਿੱਚ ਨਹੀਂ ਦੇਣਗੇ। ਜਿਹੜੀ ਦਿੱਲੀ ਕਟੜਾ ਜੰਮੂ ਐਕਸਪ੍ਰੈਸ ਵੇ ਬਣ ਰਹੀ ਹੈ, ਜਿਹਦਾ ਕਿ ਸਾਡੇ ਪੰਜਾਬ ਨੂੰ ਜਾਂ ਪੰਜਾਬੀਆਂ ਨੂੰ ਕੋਈ ਲਾਭ ਨਹੀਂ। ਅੱਜ ਅਸੀਂ ਇਸ ਮਸਲੇ ਦੇ ਵਿੱਚ ਇਕੱਠੇ ਹੋਏ ਹਾਂ ਕਿ ਅਸੀਂ ਇਸ ਹੋਏ ਦੀ ਆਪਣੀ 1 ਇੰਚ ਜ਼ਮੀਨ ਵੀ ਨਹੀਂ ਦਿਆਂਗੇ। ਤੇ ਸਾਡੇ ਪਿਛਲੇ 3 ਮਹੀਨੇ ਤੋਂ ਧਰਨੇ ਚੱਲ ਰਹੇ ਨੇ। ਬਲਾਕ ਲੈਵਲ ਤੇ ਅਸੀਂ ਧਰਨੇ ਲਾਏ ਹੋਏ ਨੇਗੇ, ਜ਼ਿਲ੍ਹਾ ਲੈਵਲ ਤੇ ਅਸੀਂ ਧਰਨੇ ਲਾਏ ਹੋਏ ਨੇ। ਅਸੀਂ ਸਰਕਾਰ ਨੂੰ ਇਹੀ ਕਹਿ ਰਹੇ ਹਾਂ ਵੀ ਸਾਡੀ ਜਿਹੜੀ 2 ਲੱਖ ਏਕੜ ਜ਼ਮੀਨ ਉਹ ਸੜਕ ਦੇ ਵਿੱਚ ਰੋਕੀ ਜਾ ਰਹੀ ਹੈ। ਇਹਦੇ ਨਾਲ ਬੇਰੁਜ਼ਗਾਰੀ ਵੀ ਵਧੂਗੀ, ਇਹਦੇ ਨਾਲ ਹੋਰ ਬਹੁਤ ਸਾਰੀਆਂ ਉਲਝਣਾਂ ਪੈਦਾ ਹੋਣਗੀਆਂ। ਅੱਜ ਅਸੀਂ ਇਸੇ ਮਕਸਦ ਲਈ ਇੱਥੇ ਇਕੱਠੇ ਹੋਏ ਹਾਂ ਪਟਿਆਲਾ ਮੀਡੀਆ ਕਲੱਬ ਦੇ ਵਿੱਚ ਕਿ ਅਸੀਂ ਆਪਣੀ ਜ਼ਮੀਨ ਦਾ 1 ਇੰਚ ਵੀ ਸਰਕਾਰ ਨੂੰ ਇਸ ਪ੍ਰੋਜੈਕਟ ਲਈ ਨਹੀਂ ਦੇਵਾਂਗੇ। ਇਹ 9 ਜ਼ਿਲ੍ਹਿਆਂ ਦੇ ਵਿੱਚ 9 ਜ਼ਿਲ੍ਹਿਆਂ ਦੀ ਜ਼ਮੀਨ ਆ ਰਹੀ ਹੈ। 9 ਦੇ ਵਿੱਚੋਂ ਘੱਟੋ ਘੱਟ ਇਹ 270 ਪਿੰਡਾਂ ਦੀ 264 ਜਾਂ 70 ਪਿੰਡਾਂ ਦੀ ਜ਼ਮੀਨ ਆ ਰਹੀ ਹੈ। ਪਟਿਆਲਾ ਧਰਨੇ ਦਾ ਆਉਣ ਵਾਲੇ ਸਮੇਂ ਦੇ ਵਿੱਚ ਅਗਲੇ ਹਫ਼ਤੇ ਅਸੀਂ ਇਹਦਾ ਪ੍ਰੋਗਰਾਮ ਚਾਕਆਊਟ ਕਰ ਰਹੇ ਹਾਂ ਕਿ ਅਸੀਂ ਇੱਥੇ ਪੂਰੇ ਪੰਜਾਬ ਦਾ ਸਾਡੇ ਜਿਹੜੇ 11 ਜ਼ਿਲ੍ਹਿਆਂ ਦੀ ਜ਼ਮੀਨ ਇਹਦੇ ਵਿੱਚ ਆ ਰਹੀ ਹੈ, ਉਹ 11 ਜ਼ਿਲ੍ਹਿਆਂ ਦੇ ਕਿਸਾਨ ਹੀ ਇੱਥੇ ਪਟਿਆਲਾ ਪੱਕਾ ਧਰਨਾ ਲਾਉਣ ਦੀ ਅਸੀਂ ਸੋਚ ਰਹੇ ਹਾਂ, ਤਾਂ ਕਿ ਪੰਜਾਬ ਸਰਕਾਰ ਦੇ ਕੰਨਾਂ ਤੇ ਵੀ ਜੂੰ ਸਰਕੇ। ਅੱਜ ਤੱਕ ਪੰਜਾਬ ਸਰਕਾਰ ਦਾ ਕੋਈ ਮੰਤਰੀ, ਕੋਈ MLA, ਕੋਈ ਅਧਿਕਾਰੀ ਸਾਡੀ ਬਾਤ ਸੁਣ ਨਹੀਂ ਆਇਆ। ਉਹਨੇ ਸਾਡੇ ਨਾਲ ਆ ਕੇ ਕੋਈ ਗੱਲ ਨਹੀਂ ਕੀਤੀ ਕਿ ਤੁਸੀਂ ਕਿਉਂ ਆਪਣੇ ਧਰਨੇ ਲਾ ਰਹੇ ਹੋ ਜਾਂ ਤੁਹਾਡੀ ਕੀ ਜਾਇਜ਼ ਮੰਗ ਹੈ। ਇਸੇ ਕਰਕੇ ਅਸੀਂ ਹੁਣ ਆਪਣਾ ਪਟਿਆਲੇ ਧਰਨੇ ਦਾ ਪ੍ਰੋਗਰਾਮ ਬਣਾਇਆ ਵੀ ਅਗਲੇ ਹਫ਼ਤੇ ਤੋਂ ਅਸੀਂ ਇਹਦੇ ਪਟਿਆਲੇ ਦੇ ਵਿੱਚ ਜਿਹੜਾ ਕਿ CM ਸਿਟੀ ਹੈ, ਇਹਦੇ ਵਿੱਚ ਆਪਣਾ ਪੱਕਾ ਧਰਨਾ ਸ਼ੁਰੂ ਕਰਾਂਗੇ ਤੇ ਸਾਡੇ 11 ਜ਼ਿਲ੍ਹਿਆਂ ਦੇ ਕਿਸਾਨ ਇੱਥੇ ਵਾਰੀ-ਵਾਰੀ ਇੱਥੇ ਧਰਨਾ ਲਗਾਉਣਗੇ। ਤੇ ਸਾਡੀ ਜਥੇਬੰਦੀ ਪੂਰੀ ਤਰ੍ਹਾਂ ਆਰਗੇਨਾਈਜ਼ਡ ਹੈ, ਪੂਰੀ ਤਰ੍ਹਾਂ ਮਜ਼ਬੂਤ ਹੈ, ਪੂਰੀ ਤਰ੍ਹਾਂ ਕਿਸਾਨਾਂ ਦੇ ਹੱਕ ਦੇ ਵਿੱਚ ਖੜੀ ਹੈ ਤੇ ਕਿਸਾਨ ਨੂੰ ਪੂਰਾ ਅਸੀਂ ਜਾਗਰੂਕ ਕਰ ਚੁੱਕੇ ਹਾਂ ਤੇ ਕਿਸਾਨ ਅੱਜ ਜਾਗਰੂਕ ਹੈ। ਸੋਸ਼ਲ ਮੀਡੀਆ ਦੇ ਉੱਤੇ, ਪ੍ਰਿੰਟ ਮੀਡੀਆ ਤੇ, ਇਲੈਕਟ੍ਰੋਨਿਕ ਮੀਡੀਆ ਤੇ ਕਿਸਾਨ ਨੇ ਜਿਹੜੇ ਆਪਣੀ ਬਾਤ ਨੂੰ ਬਾਦਲੀਲ ਬਾਖੂਬੀ ਸਪਸ਼ਟ ਤੌਰ ਤੇ ਰੱਖ ਰਹੇ ਨੇਗੇ। ਪਰੰਤੂ ਅਫਸੋਸ ਨਾਲ ਕਹਿਣਾ ਪੈਂਦਾ ਹੈਗਾ ਕਿ ਪੰਜਾਬ ਸਰਕਾਰ ਦਾ ਕੋਈ ਵੀ ਅਧਿਕਾਰੀ, ਕੋਈ ਵੀ ਮੰਤਰੀ, ਕੋਈ ਵੀ MLA, ਕੋਈ ਵੀ ਜ਼ਿੰਮੇਵਾਰ ਵਿਅਕਤੀ ਸਾਡੀ ਇਹ ਪੀੜਾ ਦੇ ਵਿੱਚ, ਸਾਡੇ ਦੁੱਖ ਦੇ ਵਿੱਚ ਸ਼ਾਮਲ ਨਹੀਂ ਹੋਇਆ ਤੇ ਨਾ ਆ ਕੇ ਉਸਨੇ ਸਾਡੇ ਨਾਲ ਸਾਡਾ ਦੁੱਖ ਕੋਈ ਪੁੱਛਿਆ ਕਿ ਸਾਨੂੰ ਕੀ। ਜੇ ਪੰਜਾਬ ਸਰਕਾਰ ਚਾਹੇ ਤਾਂ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੇ ਕਿਹੜਾ ਮਹਿੰਦੀ ਲਾਈ ਉਹ ਤੇ ਪਹੁੰਚ ਸਕਦੇ ਆ। ਜੇ ਪੰਜਾਬ ਸਰਕਾਰ ਚਾਹੇ ਤਾਂ ਜਿਹੜਾ ਇਹ ਐਕਸਪ੍ਰੈਸ ਵੇ ਬਣ ਰਿਹਾ ਇਸ ਨੂੰ ਰੋਕ ਸਕਦੀ ਹੈ। ਇਹ ਵੀ ਕਿਸਾਨਾਂ ਦਾ ਉਜਾੜਾ ਕਰ ਰਹੀ ਹੈ। ਅਸੀਂ ਤੇ ਸੋਚਦੇ ਹਾਂ ਕਿ ਪੰਜਾਬ ਸਰਕਾਰ ਵੀ ਸੈਂਟਰ ਸਰਕਾਰ ਦੇ ਨਾਲ ਰਲੀ ਹੋਈ ਹੈ। ਦੋਨੋਂ ਸਰਕਾਰਾਂ ਰਲ ਕੇ ਕਿਸਾਨਾਂ ਦਾ ਉਜਾੜਾ ਕਰਨ ਲੱਗੀਆਂ ਹੋਈਆਂ ਨੇ। ਪੰਜਾਬ ਸਰਕਾਰ ਹੈ ਜਿਹੜੀ, ਇਹਨੇ ਵੀ ਇੱਕ ਖੋਟਾ ਪਾਇਆ ਹੋਵੇਗਾ ਕਿਸਾਨ ਹਤੈਸ਼ੀ ਹੋਣ ਦਾ, ਪਰ ਕਿਹੜਾ ਕਿਸਾਨਾਂ ਦੇ ਹੱਕ ਦੇ ਵਿੱਚ ਇਸ ਨੇ ਕੰਮ ਕੀਤਾ? ਇਹਦੇ ਮੈਨੀਫੈਸਟੋ ਦੇ ਵਿੱਚ ਕਿਸਾਨਾਂ ਦੀ ਕਰਜ਼ਾ ਮੁਆਫੀ ਲਿਖੀ ਹੋਈ ਸੀ, ਕੀ ਇਹਨਾਂ ਨੇ ਕਰਜ਼ਾ ਮੁਆਫ ਕਰ ਦਿੱਤਾ? ਇਸੇ ਕਰਕੇ ਅੱਜ ਜਿਹੜਾ ਸਾਡੇ ਕਿਸਾਨਾਂ ਦੀ ਉੱਥੇ ਮੌਤ ਹੋ ਰਹੀ ਹੈ, ਇਹਦੇ ਲਈ ਜੇ ਸੈਂਟਰ ਸਰਕਾਰ ਜ਼ਿੰਮੇਵਾਰ ਹੈ ਤਾਂ ਸਾਡੀ ਪੰਜਾਬ ਸਰਕਾਰ ਵੀ ਉਨੀ ਹੀ ਜ਼ਿੰਮੇਵਾਰ ਹੈ। ਜਿੰਨੀ ਦੇਰ ਸਾਡਾ ਉੱਥੇ ਸੰਘਰਸ਼ ਚੱਲ ਰਿਹਾ ਦਿੱਲੀ, ਸਾਨੂੰ ਕਿਸਾਨਾਂ ਨੂੰ 2 ਹਿੱਸਿਆਂ 'ਚ ਵੰਡਿਆ ਜਾ ਰਿਹਾ ਹੈ। ਅਸੀਂ ਦਿੱਲੀ ਵੀ ਲੜਾਈ ਲੜ ਰਹੇ ਹਾਂ ਤੇ ਅਸੀਂ ਪੰਜਾਬ 'ਚ ਆਪਦੀ ਜ਼ਮੀਨ ਬਚਾਉਣ ਦੀ ਲੜਾਈ ਵੀ ਲੜ ਰਹੇ ਹਾਂ। ਤੇ ਪਰ ਸਰਕਾਰਾਂ ਲਈ ਇਹ ਜਿਵੇਂ ਕਹਿੰਦੇ ਹੁੰਦੇ ਜਾਨਵਰ ਮਰ ਰਹੇ, ਇਹਨਾਂ ਲਈ ਤਾਂ ਉਹੀ ਹੈ। ਮੈਂ ਬੜਾ ਇੱਕ ਸ਼ਰਮ ਮਹਿਸੂਸ ਕਰ ਰਿਹਾ ਇੱਕ ਗੱਲ ਦੱਸਣ ਲੱਗੇ ਕਿ ਜਦੋਂ ਪਹਿਲਾਂ ਕੋਈ ਹਿੰਦੁਸਤਾਨ 'ਚ ਕੋਈ ਵੀ ਮੌਤ ਹੁੰਦੀ ਹੈ, ਮੋਮਬੱਤੀਆਂ ਵੀ ਲੱਗਦੀਆਂ। ਮੈਂ ਤਾਂ ਹੈਰਾਨ ਇਸ ਗੱਲ ਤੇ ਹਾਂ ਕਿ ਹਿੰਦੁਸਤਾਨ ਵੀ ਚੁੱਪ ਹੈ। ਸਾਡੇ ਕਿਸਾਨਾਂ ਦੀ ਮਤਲਬ ਕੋਈ ਕੀਮਤ ਹੀ ਨਹੀਂ ਸਮਝ ਰਹੇ ਹੋ ਕਿ ਜੇ ਕੋਈ ਕਿਸਾਨ ਮਰ ਰਿਹਾ ਕਿਤੋਂ ਹਾਂ ਦਾ ਨਾਰਾ। ਅੱਜ ਜਿੰਨੇ ਇਹਨਾਂ ਦੇ ਆਪਣੇ ਲਾ ਲਓ ਤੁਸੀਂ, ਐਕਟਰ ਹੋ ਗਏ, ਐਕਟਰਸਾਂ ਹੋ ਗਈਆਂ, ਬਾਲੀਵੁੱਡ ਦੇ ਹੋ ਗਏ, ਇਹ ਪਹਿਲਾਂ ਤਾਂ ਜਦੋਂ ਕੋਈ ਮਾੜੀ ਜੀ ਕੋਈ ਗੱਲ ਹੁੰਦੀ ਉਦੋਂ ਸਭ ਇਕੱਠੇ ਹੁੰਦੇ ਆ। ਹੁਣ ਪੰਜਾਬ ਵੇਲੇ ਦੇਖ ਲਓ ਕੋਈ ਆਵਾਜ਼ ਨਿਕਲ ਰਹੀ ਹੈ ਪਰ ਸਾਡੀ ਸਰਕਾਰ ਵੀ ਨਹੀਂ ਆਵਾਜ਼ ਕੱਢ ਰਹੀ, ਹੋਰ ਤਾਂ ਕਿਸੇ ਨੇ ਕੀ ਕੱਢਣੀ ਹੈ ਜੀ। ਉਹ ਵੀ ਜੀ ਆਪਣੀਆਂ ਫਿਲਮਾਂ ਬਚਾਉਣ ਦੇ ਲਈ ਜਾ ਰਹੇ ਆ। ਜੇ ਸਹੀ ਮੈਨੇ ਦੇ ਵਿੱਚ ਦੱਸੀਏ, ਜਿਹੜੇ ਅਸਲੀ ਲੜ ਰਹੇ ਹੈ ਉਹ ਤਾਂ ਉੱਥੇ ਦੇਖੋ ਜਿਵੇਂ ਲੜ ਰਹੇ ਆਪਾਂ ਨੂੰ ਦਿਖ ਰਹੇ ਆ, ਤੇ ਜਿਹੜਾ ਡਰਾਮਾ ਕਰ ਰਹੇ ਉਹ ਵੀ ਦਿਖ ਰਿਹਾ। ਜਿਹੜੇ ਆਪਣੇ ਸ਼ਹੀਦ ਹੋ ਰਹੇ ਆ ਜ਼ਿਮੀਂਦਾਰ ਜਾਂ ਕਿਸਾਨ ਭਰਾ, ਉਹ ਅਸਲੀ ਲੜਾਈ ਲੜ ਰਹੇ ਆ। ਬਾਕੀ ਤਾਂ ਸਾਰੀ ਆਪਦੀ ਪ੍ਰਮੋਸ਼ਨਾਂ ਕਰ ਰਹੇ। ਜੇ ਉਹਨਾਂ ਨੂੰ ਲੱਗਦਾ ਨਾ ਵੀ ਪਹਿਲਾਂ ਅੰਗਰੇਜ਼ ਜਾਂ ਮੁਗਲ ਜਿਵੇਂ ਕਰਦੇ ਸੀ, ਡਾਕੇ ਮਾਰਦੇ ਸੀ ਤੇ ਉਦੋਂ ਭਗਤ ਸਿੰਘ ਵਰਗੇ ਪੈਦਾ ਹੁੰਦੇ ਸੀ, ਹੁਣ ਨਹੀਂ ਹੋਣਗੇ, ਹੁਣ ਵੀ ਭਗਤ ਸਿੰਘ ਪੈਦਾ ਹੋਣਗੇ। ਅਸੀਂ ਪੰਜਾਬ ਦੀ ਜ਼ਮੀਨ ਨਹੀਂ ਇਹਨਾਂ ਨੂੰ ਦੇਣੀਗੀ। ਅਸੀਂ ਕੈਪਟਨ ਸਾਹਿਬ ਨੂੰ ਵੀ ਕਹਿੰਦੇ ਆ ਕਿ ਜੇ ਉਹ ਕਿਸਾਨਾਂ ਨਾਲ ਖੜੇ ਆ ਤਾਂ ਕਿਸਾਨਾਂ ਨੂੰ ਦੱਸਣ ਕਿ ਮੈਂ ਕਿਸਾਨਾਂ ਨਾਲ ਖੜਾ, ਮੈਂ ਸੈਂਟਰ ਦਾ ਕੋਈ ਪ੍ਰੋਜੈਕਟ ਨਹੀਂ ਲੱਗਣ ਦਿੰਦਾ।
ਜੇ ਕਿਸਾਨਾਂ ਨਾਲ ਨਹੀਂ ਖੜੇ ਫਿਰ ਉਹ ਦੋਹਰੀ ਨੀਤੀ ਨਾ ਅਪਣਾਉਣ। ਪਟਿਆਲੇ ਦਾ ਧਰਨਾ ਐਸਾ ਹੋਊਗਾ ਜੀ, ਨਾ ਕੈਪਟਨ ਸਾਹਿਬ ਨੇ ਕਦੇ ਇਹਦੀ ਕਲਪਨਾ ਕੀਤੀ ਹੋਣੀ ਹੈ, ਨਾ ਕਦੇ ਇਹਨਾਂ ਨੇ ਸੁਪਨੇ 'ਚ ਆਇਆ ਹੋਣਾ। ਜਿਵੇਂ ਮੋਦੀ ਨੂੰ ਹੁਣ ਕਿਸਾਨ ਦਿਖਦੇ ਆ ਨਾ, ਇਹਨਾਂ ਨੂੰ ਵੀ ਪੰਜਾਬੀ ਦਿਖਣ ਲੱਗ ਜਾਣਗੇ ਜੇ ਇਹਨਾਂ ਨੇ ਪੰਜਾਬੀਆਂ ਦਾ, ਕਿਸਾਨਾਂ ਦਾ ਸਾਥ ਨਾ ਦਿੱਤਾ। ਇਹੋ ਜਿਹਾ ਜ਼ਬਰਦਸਤ ਧਰਨਾ ਹੋਊਗਾ ਕਿ ਕੈਪਟਨ ਸਾਹਿਬ ਦੀ ਰਾਤ ਦੀ ਨੀਂਦ ਉੱਡ ਜੂਗੀ। ਧਰਨੇ ਨੂੰ ਲੈ ਕੇ ਧਰਨੇ ਦੇ ਵਿੱਚ ਜਥੇਬੰਦੀਆਂ ਨੂੰ ਅਸੀਂ ਹਜੇ ਨਹੀਂ ਬੁਲਾਵਾਂਗੇ, ਹਜੇ ਅਸੀਂ ਲੜਾਂਗੇ ਲੜਾਈ ਜਿੰਨੀ ਦੇਰ ਦਿੱਲੀ ਵਾਲਾ ਮੋਰਚਾ ਚੱਲਦਾ ਹੈ। ਜੇ ਅਸੀਂ ਜਥੇਬੰਦੀਆਂ ਨੂੰ ਇੱਥੇ ਬੁਲਾਵਾਂਗੇ ਤਾਂ ਸਾਡਾ ਦਿੱਲੀ ਵਾਲਾ ਧਰਨਾ ਡਿਸਟਰਬ ਹੋਊਗਾ। ਇਸ ਲਈ ਅਸੀਂ ਉਹਨਾਂ ਨੂੰ ਰਿਕੁਐਸਟ ਕਰਾਂਗੇ ਕਿ ਦਿੱਲੀ ਵਾਲੇ ਦਿੱਲੀ ਡਟੇ ਰਹਿਣ। ਮਹਾਰਾਜ ਦੀ ਕਿਰਪਾ ਨਾਲ ਇੰਨੇ ਕੁ ਕਿਸਾਨ, ਇੰਨੇ ਕੁ ਮਜ਼ਦੂਰ ਇੱਥੇ ਹੈਗੇ ਆ ਕਿ ਹੁਣ ਇੱਥੇ ਵੱਡਾ ਤੇ ਅਹਿਮ ਸਵਾਲ ਉੱਠਦਾ ਹੈ ਕਿ ਕੀ ਕਿਸਾਨ ਆਪਣੀਆਂ ਜ਼ਮੀਨਾਂ ਕੇਂਦਰ ਸਰਕਾਰ ਨੂੰ ਇਸ ਐਕਸਪ੍ਰੈਸ ਹਾਈਵੇ ਲਈ ਦੇਣ ਤੋਂ ਇਨਕਾਰ ਕਰ ਸਕਦੇ ਹਨ? ਕੀ ਕਾਨੂੰਨੀ ਪ੍ਰਾਵਧਾਨ ਹਨ? ਇਸ ਤੇ ਵੀ ਇੱਕ ਨਜ਼ਰ ਮਾਰ ਲਈਏ। ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪੰਜਾਬ ਦੇ ਕਈ ਕਿਸਾਨ ਕਟੜਾ ਦਿੱਲੀ ਐਕਸਪ੍ਰੈਸ ਵੇ ਲਈ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੂੰ ਜ਼ਮੀਨ ਐਕਵਾਇਰ ਨਾ ਕਰਨ ਦੇਣ ਦੀ ਗੱਲ ਕਰ ਰਹੇ ਹਨ ਕਿ ਵਾਕਈ ਕੋਈ ਜ਼ਮੀਨ ਮਾਲਕ ਅਜਿਹੇ ਸੜਕੀ ਪ੍ਰੋਜੈਕਟ ਨੂੰ ਜ਼ਮੀਨ ਦੇਣ ਤੋਂ ਇਨਕਾਰ ਕਰ ਸਕਦਾ ਹੈ। The right to fair compensation and transparency in land acquisition, rehabilitation and resettlement 2013 ਐਕਟ ਤਹਿਤ ਜਨਤਕ ਉਦੇਸ਼ਾਂ ਲਈ ਜ਼ਮੀਨਾਂ ਲਈਆਂ ਜਾ ਸਕਦੀਆਂ ਹਨ। ਇਸ ਤੋਂ ਪਹਿਲਾਂ ਅੰਗਰੇਜ਼ਾਂ ਵੇਲੇ ਦਾ ਬਣਿਆ ਲੈਂਡ ਐਕੁਜੀਸ਼ਨ ਐਕਟ ਚੱਲਦਾ ਆ ਰਿਹਾ ਸੀ। ਇਸ ਵੇਲੇ ਲਾਗੂ ਕਾਨੂੰਨ ਸਾਲ 2013 ਵਿੱਚ ਹੋਂਦ ਵਿੱਚ ਆਇਆ। ਪਹਿਲੇ ਕਾਨੂੰਨ ਵਿੱਚ ਜ਼ਮੀਨ ਮਾਲਕਾਂ ਨੂੰ ਜ਼ਮੀਨ ਦੀ ਮਾਰਕੀਟ ਕੀਮਤ ਹੀ ਮੁਆਵਜ਼ੇ ਵਜੋਂ ਮਿਲਦੀ ਸੀ, ਪਰ ਨਵੇਂ ਕਾਨੂੰਨ ਵਿੱਚ ਜ਼ਮੀਨ ਮਾਲਕਾਂ ਦੇ ਹੱਕ ਵਿੱਚ ਕਈ ਮੱਦਾਂ ਜੋੜੀਆਂ ਗਈਆਂ ਹਨ ਅਤੇ ਮੁਆਵਜ਼ਾ ਵੀ ਪਹਿਲਾਂ ਦੇ ਮੁਕਾਬਲੇ ਵੱਧ ਜੋੜਿਆ ਗਿਆ ਹੈ। ਮੌਜੂਦਾ ਕਾਨੂੰਨ ਬਾਰੇ ਵੀ ਇੱਕ ਨਜ਼ਰ ਮਾਰ ਲਈਏ ਤਾਂ ਜਿਹੜੇ ਖੇਤਰ ਵਿੱਚ ਜ਼ਮੀਨ ਐਕਵਾਇਰ ਕੀਤੀ ਜਾਣੀ ਹੈ ਉੱਥੇ ਪੈਣ ਵਾਲੇ ਸਮਾਜਿਕ ਪ੍ਰਭਾਵਾਂ ਦੇ ਅਧਿਐਨ ਤੋਂ ਬਾਅਦ ਹੀ ਪ੍ਰਕਿਰਿਆ ਅੱਗੇ ਵਧੇਗੀ। ਯਾਨੀ ਜ਼ਮੀਨ ਐਕਵਾਇਰ ਕਰਨ ਤੋਂ ਪਹਿਲਾਂ ਦੇਖਿਆ ਜਾਵੇਗਾ ਕਿ ਇਸ ਨਾਲ ਸਥਾਨਕ ਲੋਕਾਂ ਦੇ ਜੀਵਨ ਤੇ ਕੀ ਅਸਰ ਪਵੇਗਾ। ਜਿਸ ਨਾਗਰਿਕ ਦੀ ਜ਼ਮੀਨ ਲਈ ਜਾਣੀ ਹੈ ਉਸ ਦੇ ਮੁੜ ਵਸੇਬੇ ਅਤੇ ਰੀਸੈਟਲਮੈਂਟ ਦਾ ਹੱਕ ਰੱਖਿਆ ਗਿਆ ਹੈ। ਯਾਨੀ ਕਿ ਜੇਕਰ ਕਿਸੇ ਵੀ ਜ਼ਮੀਨ ਜਨਤਕ ਉਦੇਸ਼ ਵਾਸਤੇ ਲਈ ਜਾ ਰਹੀ ਹੈ ਤਾਂ ਉਸ ਨੂੰ ਜੀਵਨ ਜਿਉਣ ਲਈ ਕਿਸੇ ਹੋਰ ਜਗ੍ਹਾ ਜ਼ਮੀਨ ਦਿੱਤੀ ਜਾਵੇਗੀ। ਗ੍ਰਾਮ ਸਭਾਵਾਂ ਨੂੰ ਪਹਿਲਾਂ ਜਾਣਕਾਰੀ ਦਿੱਤੀ ਜਾਣੀ ਜ਼ਰੂਰੀ ਹੈ। ਪਿੰਡ ਦੇ ਹਰ ਵੋਟਰ ਨੂੰ ਵੀ ਇਸ ਬਾਰੇ ਦੱਸਿਆ ਜਾਵੇਗਾ। ਸਿੰਜਾਈਯੋਗ ਉਪਜਾਊ ਜ਼ਮੀਨ ਐਕਵਾਇਰ ਕੀਤੀਆਂ ਜਾਣ ਵਾਲੀਆਂ ਜ਼ਮੀਨਾਂ ਵਿੱਚ ਸਭ ਤੋਂ ਆਖਰੀ ਬਦਲ ਹੋਵੇਗਾ। ਪਹਿਲੀ ਕੋਸ਼ਿਸ਼ ਹੋਵੇਗੀ ਕਿ ਬੰਜਰ ਜਾਂ ਘੱਟ ਉਪਜਾਊ ਵਾਧੂ ਜ਼ਮੀਨਾਂ ਐਕਵਾਇਰ ਕੀਤੀਆਂ ਜਾਣ। ਸਰਕਾਰ ਪਹਿਲਾਂ ਇਸ ਪ੍ਰੋਜੈਕਟ ਦੀ ਯੋਜਨਾ ਬਣਾ ਕੇ ਨੋਟੀਫਿਕੇਸ਼ਨ ਜਾਰੀ ਕਰਦੀ ਹੈ, ਫਿਰ ਸਮਾਜਿਕ ਪ੍ਰਭਾਵ ਦਾ ਅਧਿਐਨ ਕਰਦੀ ਹੈ। ਇਸ ਤੋਂ ਬਾਅਦ ਅਜਿਹਾ ਰੂਟ ਲੱਭਣ ਦੀ ਕੋਸ਼ਿਸ਼ ਹੋਵੇਗੀ ਜਿਸ ਵਿੱਚ ਘੱਟ ਉਪਜਾਊ ਜ਼ਮੀਨਾਂ ਐਕਵਾਇਰ ਕੀਤੀਆਂ ਜਾਣ। ਪੂਰੀ ਸਕੀਮ ਬਣਾ ਕੇ ਹਰ ਸੰਬੰਧਿਤ ਅਥਾਰਟੀ ਅਤੇ ਜ਼ਮੀਨ ਮਾਲਕ ਨੂੰ ਨੋਟਿਸ ਕੱਢੇ ਜਾਣਗੇ। ਮੁਆਵਜ਼ਾ ਦੇਣ ਤੋਂ ਬਾਅਦ ਹੀ ਜ਼ਮੀਨ ਤੇ ਕਬਜ਼ਾ ਲਿਆ ਜਾਵੇਗਾ। ਜਨਤਕ ਉਦੇਸ਼ ਲਈ ਕਿਸੇ ਵੀ ਜ਼ਮੀਨ ਨੂੰ ਐਕਵਾਇਰ ਕਰਨ ਦਾ ਸਰਕਾਰ ਕੋਲ ਹੱਕ ਹੈ। ਕੀ ਕੋਈ ਜ਼ਮੀਨ ਮਾਲਕ ਸੜਕ ਨਿਰਮਾਣ ਲਈ ਆਪਣੀ ਜ਼ਮੀਨ ਦੇਣ ਤੋਂ ਇਨਕਾਰ ਕਰ ਸਕਦਾ ਹੈ? ਇਹ ਬੁਨਿਆਦੀ ਸਵਾਲ ਹੈ। ਤਾਂ ਇਸ ਦਾ ਜਵਾਬ ਹੈ ਨਹੀਂ। ਜ਼ਮੀਨ ਮਾਲਕ ਅਜਿਹਾ ਨਹੀਂ ਕਰ ਸਕਦਾ। ਸੜਕ ਨਿਰਮਾਣ ਸਾਫ਼ ਤੌਰ ਤੇ ਜਨਤਕ ਲੋੜਾਂ ਲਈ ਤਿਆਰ ਹੋਣ ਵਾਲਾ ਢਾਂਚਾ ਹੈ। ਇਸ ਲਈ ਕੋਈ ਵੀ ਜ਼ਮੀਨ ਮਾਲਕ ਜ਼ਮੀਨ ਦੇਣ ਤੋਂ ਸਾਫ਼ ਤੌਰ ਤੇ ਇਨਕਾਰ ਨਹੀਂ ਕਰ ਸਕਦਾ ਹੈ। ਤਾਂ ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਜ਼ਮੀਨ ਮਾਲਕ ਕੋਲ ਕੀ ਹੱਕ ਹਨ? ਕੋਈ ਵੀ ਜ਼ਮੀਨ ਮਾਲਕ ਆਪਣੀ ਜ਼ਮੀਨ ਦੇਣ ਤੋਂ ਇਨਕਾਰ ਨਹੀਂ ਕਰ ਸਕਦਾ, ਪਰ ਜਾਇਜ਼ ਮੁਆਵਜ਼ਾ, ਮੁੜ ਵਸੇਬਾ ਅਤੇ ਰੀਸੈਟਲਮੈਂਟ ਜ਼ਰੂਰ ਹਾਸਲ ਕਰ ਸਕਦਾ ਹੈ। ਇਸ ਤੋਂ ਇਲਾਵਾ ਕਿਸਾਨ ਅਥਾਰਟੀਜ਼ ਨੂੰ ਕੋਈ ਹੋਰ ਬਦਲ ਦੱਸ ਸਕਦਾ ਹੈ ਜਿੱਥੋਂ ਸੜਕ ਨਿਕਲ ਸਕੇ। ਜ਼ਮੀਨ ਦੇ ਬਦਲੇ ਜ਼ਮੀਨ ਹੀ ਲੈਣ ਦਾ ਦਾਅਵਾ ਕਰ ਸਕਦਾ ਹੈ। ਕਿਸਾਨਾਂ ਕੋਲ ਜ਼ਮੀਨ ਦੇਣ ਤੋਂ ਇਨਕਾਰ ਕਰਨ ਦਾ ਸਿੱਧਾ ਹੱਕ ਨਹੀਂ, ਪਰ ਪ੍ਰਕਿਰਿਆ ਨੂੰ ਲੰਬੇ ਸਮੇਂ ਲਈ ਟਾਲ ਸਕਦੇ ਹਨ। ਸੋ ਕੇਂਦਰ ਦੇ ਬਹੁਮੰਤਵੀ ਦਿੱਲੀ ਕਟੜਾ ਐਕਸਪ੍ਰੈਸ ਵੇ ਦਾ ਰਾਹ ਹੁਣ ਰੁਕਦਾ ਨਜ਼ਰ ਆ ਰਿਹਾ ਹੈ। ਇਸ ਤੇ ਗ੍ਰਹਿਣ ਲੱਗਦਾ ਨਜ਼ਰ ਆ ਰਿਹਾ ਹੈ। ਅਸਲ 'ਚ ਦਿੱਲੀ ਤੋਂ ਜੰਮੂ ਦੇ ਕਟੜਾ ਤੱਕ ਤਕਰੀਬਨ 600 ਕਿਲੋਮੀਟਰ ਲੰਬਾ ਐਕਸਪ੍ਰੈਸ ਵੇ ਬਣਾਇਆ ਜਾਣਾ ਹੈ। ਭਾਰਤਮਾਲਾ ਪ੍ਰੋਜੈਕਟ ਤਹਿਤ ਤੇ ਨੈਸ਼ਨਲ ਐਕਸਪ੍ਰੈਸ ਵੇ ਬਣ ਰਿਹਾ ਹੈ ਜੋ ਕਿ ਦਿੱਲੀ ਨੇੜੇ ਬਹਾਦਰਗੜ੍ਹ ਤੋਂ ਸ਼ੁਰੂ ਹੋ ਕੇ ਹਰਿਆਣਾ ਵਿੱਚੋਂ ਲੰਘਦਿਆਂ ਪੰਜਾਬ ਦੇ ਸੰਗਰੂਰ, ਪਟਿਆਲਾ, ਲੁਧਿਆਣਾ, ਜਲੰਧਰ, ਪਠਾਨਕੋਟ ਹੁੰਦਾ ਜੰਮੂ ਵਿੱਚ ਦਾਖਲ ਹੋਵੇਗਾ। ਇਹ ਐਕਸਪ੍ਰੈਸ ਵੇ ਅੰਮ੍ਰਿਤਸਰ ਨੂੰ ਵੀ ਜੋੜੇਗਾ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਐਕਸਪ੍ਰੈਸ ਵੇ ਨਾਲ ਦਿੱਲੀ ਤੋਂ ਕਟੜਾ ਦਾ ਸਫ਼ਰ 6 ਘੰਟਿਆਂ 'ਚ ਤੈਅ ਕੀਤਾ ਜਾ ਸਕੇਗਾ। ਮੀਡੀਆ ਰਿਪੋਰਟਾਂ ਮੁਤਾਬਕ ਸਰਕਾਰ ਦੀ ਯੋਜਨਾ ਹੈ ਕਿ 2023 ਤੱਕ ਇਸ ਪ੍ਰੋਜੈਕਟ ਨੂੰ ਪੂਰਾ ਕੀਤਾ ਜਾਵੇ, ਪਰ ਫਿਲਹਾਲ ਇਸ ਪ੍ਰੋਜੈਕਟ ਤੇ ਇਸ ਕਿਸਾਨ ਅੰਦੋਲਨ ਦਾ ਪਰਛਾਵਾਂ ਪੈਂਦਾ ਨਜ਼ਰ ਆ ਰਿਹਾ ਹੈ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।